जी हेलो स्टूडेंट्स, आज ਜਿਹੜਾ ਹੈਗਾ ਤੁਹਾਡੇ ਕੋਲ ਇੰਪ੍ਰੋਪਰ ਇੰਟੈਗਰਲ ਸੈਕੰਡ ਕਾइंड ਤੇ ਪਹੁੰਚ ਗਏ ਹਾਂ। ਸੋ ਪਹਿਲੀ ਵਿੱਚ ਵੀ ਡੈਫੀਨੇਸ਼ਨ ਸੀਗੀ ਤੇ ਕੁਐਸਚਨ ਕੀਤੇ ਆਪਾਂ ਕੁਐਸਚਨ ਫॉर ਕੁਐਸਚਨ ਸੇਕ ਕਹਿੰਦੇ ਆ ਜਿਨ੍ਹਾਂ ਨੂੰ ਉਸ ਚੋਂ ਕਦੇ ਨਹੀਂ ਆਉਂਦਾ। ਦੂਜੀ ਜੇ ਬੰਦਾ ਕਹੇ ਚਲੋ ਸਰ ਹੁਣ ਆ ਗਿਆ ਜੀ ਹੁਣ ਦੱਸੋ, ਤੁਸੀਂ ਕਹਿੰਦੇ ਸੀ ਕਦੇ ਨਹੀਂ ਆਉਂਦਾ, ਤਾਂ ਵੀ ਨਾ ਜਦੋਂ ਤੁਸੀਂ ਟੈਸਟ ਕਰੋਗੇ ਅੱਗੇ ਜਾ ਕੇ ਉਹ ਸਾਰੇ ਕੁਐਸਚਨ ਟੈਸਟਾਂ ਨਾਲ ਹੋ ਜਾਂਦੇ ਆ। ਇਸ ਕਰਕੇ ਕੋਈ ਬਹੁਤੀ ਚਿੰਤਾ ਵਾਲੀ ਗੱਲ ਨਹੀਂ, ਤੇ ਪੇਪਰ 'ਚ ਲਿਖ ਕੇ ਨਹੀਂ ਆਉਂਦਾ ਕਿ ਤੁਸੀਂ ਡੈਫੀਨੇਸ਼ਨ ਕਿਹੜੀ ਲਾਣੀ ਹੈ ਜਾਂ ਕੁਛ ਹੈ। ਬੇਸਿਕਲੀ ਆਪਾਂ ਟੈਸਟ 'ਤੇ ਡਿਪੈਂਡ ਹੋ ਕੇ ਚੱਲਣਾ ਅਤੇ ਆਪਾਂ ਉਹ ਐਕਸਰਸਾਈਜ਼। ਸੋ ਜਿਹੜੀ ਸੈਕਿੰਡ ਕਾइंड ਵਾਲੀ ਐਕਸਰਸਾਈਜ਼ ਹੈ ਇਹ ਹੋ ਸਕਦਾ ਤੁਹਾਡੀ ਬੁੱਕ 'ਚ ਤੀਜੀ ਹੋਵੇ ਕਿਉਂਕਿ ਚੌਥੀ ਹੋਵੇ, ਕਿਉਂਕਿ ਹਰ ਬੁੱਕ 'ਚ ਜਿਵੇਂ ਕਿ ਪਹਿਲਾਂ ਫਸਟ ਕਾइंड ਦੀਆਂ ਸਾਰੀਆਂ ਪ੍ਰੋਪਰਟੀਆਂ ਡਿਸਕਸ, ਫਿਰ ਸੈਕਿੰਡ ਕਾइंड ਦੀਆਂ। ਸੋ ਇਹ ਦੇਖ ਲੈਣਾ ਤੁਹਾਡੇ ਕੋਲ, ਠੀਕ ਹੈ ਜੀ। ਸੋ अगर ऐसी सिचुएशन आ जाए तो इनफाइनाइट डिसकॉन्टीन्यूटी ए ते होवे, अगर ऐसी सिचुएशन आ जाए इनफाइनाइट डिसकॉन्टीन्यूटी ए ते होवे ਤਾਂ ਤੁਸੀਂ ए ਵਿੱਚ ਐਪਸਲਨ ਜੋੜ ਦੇਣਾ ਹੈ। ਹੇਠਲੇ 'ਚ ਜੋੜੀ ਦਾ ਉੱਪਰਲੇ 'ਚੋਂ ਘਟਾਈ ਦਾ ਖਿਆਲ ਰੱਖਣਾ। ਹੇਠਲੇ 'ਚ ਐਪਸਲਨ ਜੋੜ ਦੇਣਾ। ਐਪਸਲਨ ਅਪਰੋਚਿਸ ਟੂ ਜ਼ੀਰੋ ਨੂੰ ਪੋਜ਼ੀਟਿਵ ਤਾਂ ਜ਼ੀਰੋ ਤੋਂ ਵੱਡੀ ਸਾਈਡ 'ਤੇ ਚੱਲਣਾ। ਐਪਸਲਨ ਨੈਗੇਟਿਵ 'ਚ ਹੁੰਦਾ ਹੀ ਨਹੀਂਗਾ, ਠੀਕ ਹੈ। ਸੋ ਐਪਸਲਨ ਅਪਰੋਚਿਸ ਟੂ ਇਸ ਨੂੰ ਤੁਸੀਂ ਫਾਈਂਡ ਕਰ ਲੈਣਾ। ਫਾਈਂਡ ਕਰਨ ਤੋਂ ਬਾਅਦ ਉਹੀ ਆਊਗਾ, ਅਗਰ ਫਾਈਨਾਈਟ ਰਿਹਾ ਤਾਂ ਤੁਸੀਂ ਕਨਵਰਜ ਕਰੋਗੇ, ਅਦਰਵਾਈਜ਼ ਤੁਸੀਂ ਡਾਇਵਰਜ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਤੁਹਾਡੇ ਕੋਲ ਇਸੇ ਤਰ੍ਹਾਂ ਅਗਰ ਉੱਪਰਲੇ ਪਾਸੇ ਡਿਸਕੰਟੀਨਿਊਟੀ ਆ ਜਾਏ ਤਾਂ ਐਪਸਲਨ ਘਟ ਜਾਣਾ ਹੈ ਉੱਤੋਂ। ਐਪਸਲਨ ਅਪਰੋਚਿਸ ਟੂ ਐਪਸਲਨ ਹਮੇਸ਼ਾ ਜ਼ੀਰੋ ਪੋਜ਼ੀਟਿਵ ਹੀ ਰਹੂਗਾ, ਜ਼ੀਰੋ ਨੈਗੇਟਿਵ ਹੁੰਦਾ ਨਹੀਂਗਾ। ਜ਼ੀਰੋ ਨੈਗੇਟਿਵ ਲੈ ਲਓਗੇ ਤਾਂ ਐਪਸਲਨ ਲੈਸ ਦੈਨ ਜ਼ੀਰੋ ਆ ਜਾਏਗਾ, ਤਾਂ ਫਿਰ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਤੁਹਾਡੇ ਕੋਲ, ਉਹ ਨਹੀਂ ਹੋ ਸਕਦਾ। ਤਾਂ ਅਗਰ ਦੋਨੋਂ ਐਂਡਸ ਦੇ ਉੱਤੇ ਤੁਹਾਡੇ ਕੋਲ ਆ ਜਾਂਦੀ ਹੈ ਡਿਸਕੰਟੀਨਿਊਟੀ ਤਾਂ ਇੱਕ ਸੀ ਵਿੱਚ ਤੋੜ ਲੈਣਾ, ਏ ਉਹੀ ਪਲੱਸ ਹੋ ਕੇ ਬੀ ਉਹੀ ਮਾਈਨਸ ਹੋ ਕੇ, ਤਾਂ ਤੁਹਾਡਾ ਕੁਐਸਚਨ ਜਿਹੜਾ ਹੈਗਾ ਬੜੇ ਆਰਾਮ ਦੇ ਨਾਲ ਬਣ ਜਾਏਗਾ ਤੁਹਾਡੇ ਕੋਲ। ਸੋ ਬੇਸਿਕਲੀ ਸਿੰਪਲ ਇੱਕ ਇੰਟੈਗਰੇਸ਼ਨ ਦੀ ਇੱਕ ਰਿਵੀਜ਼ਨ ਹੈ ਕਿ ਇੰਟੈਗਰੇਸ਼ਨ ਦਾ ਤੁਹਾਨੂੰ ਫਾਰਮੂਲਾ ਲਾਉਣਾ ਆਉਂਦਾ ਹੈ ਜਾਂ ਨਹੀਂ ਹੈ ਤੁਹਾਡੇ ਕੋਲ। ਹੋਰ ਇਹਦੇ ਵਿੱਚ ਕੋਈ ਲੰਬਾ ਚੌੜੀ ਰੋਕਟ ਸਾਇੰਸ ਨਹੀਂ ਹੈਗੀ ਤੁਹਾਡੇ ਕੋਲ, ਠੀਕ ਹੈ ਜੀ। ਸੋ ਸੈਕਿੰਡ ਕਾइंड ਜਿਹੜੀ ਹੈ ਉਹਦੇ ਵਿੱਚ ਪੁਆਇੰਟ ਆਫ ਡਿਸਕੰਟੀਨਿਊਟੀ ਦੇਖਣਾ ਹੈ। ਡੈਫੀਨੇਟਲੀ ਆਪਾਂ ਨੂੰ ਲਿਮਿਟਸ ਨਹੀਂ ਦਿੱਤੀਆਂ ਹੋਣਗੀਆਂ ਤੁਹਾਡੇ ਪਾਸ ਇਨਫਿਨਟੀਆਂ, ਉਹ ਪਿਛਲੇ 'ਚ ਇਨਫਿਨਟੀਆਂ ਲਿਮਿਟਸ ਸੀਗੀਆਂ, ਇਸ ਵਾਰ ਨਹੀਂ ਹੋਏਗਾ। ਇਸ ਵਾਰ ਪੁਆਇੰਟ ਆਫ ਡਿਸਕੰਟੀਨਿਊਟੀ ਜੇ ਇੱਕ ਹੋਇਆ, ਇੱਥੇ ਬਹੁਤ ਧਿਆਨ ਨਾਲ ਦੇਖਣਾ। ਇਨਫਿਨਟੀ ਦਿਸਦੀ ਹੁੰਦੀ ਹੈ ਕਿਉਂਕਿ ਇਹ ਦਿਸਦਾ ਨਹੀਂ ਹੁੰਦਾ। ਅਗਰ ਇੱਕ ਹੋਇਆ ਤਾਂ ਨੀਚੇ ਹੋਇਆ ਤਾਂ ਐਪਸਲਨ ਜੋੜ ਦੇਣਾ, ਉੱਤੇ ਹੋਇਆ ਤਾਂ ਐਪਸਲਨ ਘਟਾ ਦੇਣਾ, ਦੋਏ ਹੋਇਆ ਤਾਂ ਸੈਂਟਰ 'ਤੇ ਵੈਲਿਊ ਤੋੜ ਲਿਓ ਤਾਂ ਤੁਹਾਡਾ ਆਨਸਰ ਆ ਜਾਏਗਾ। ਬਸ ਇੰਨੀ ਇੱਕ ਚੀਜ਼ ਦਾ ਆਪਾਂ ਨੇ ਖਿਆਲ ਰੱਖਣਾ, ਬਾਕੀ ਕੁਐਸਚਨ 'ਚ ਕੁਛ ਨਹੀਂ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਸੋ ਆਪਾਂ ਪਹਿਲੇ ਕੁਐਸਚਨ 'ਤੇ ਆ ਜਾਈਏ ਜੀ। ਸੋ ਪਹਿਲਾ ਕੁਐਸਚਨ ਸੀ 1/x² ਹੈ ਜੀ ਤੁਹਾਡੇ ਕੋਲ, ਠੀਕ ਹੈ। ਸੋ ਇੱਥੇ ਜ਼ੀਰੋ ਪਰ ਇੱਥੇ ਮੈਨੂੰ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਸੋ ਜ਼ੀਰੋ ਇਜ਼ ਓਨਲੀ ਪੁਆਇੰਟ ਆਫ ਡਿਸਕੰਟੀਨਿਊਟੀ, ਪੁਆਇੰਟ ਆਫ ਡਿਸਕੰਟੀਨਿਊਟੀ। ਸੋ ਜ਼ੀਰੋ ਇਜ਼ ਦਾ ਓਨਲੀ ਪੁਆਇੰਟ ਆਫ ਡਿਸਕੰਟੀਨਿਊਟੀ। ਜ਼ੀਰੋ ਜਿਹੜੀ ਹੈ ਉਹ ਡਿਸਕੰਟੀਨਿਊਟੀ ਹੈਗੀ ਹੈ ਤੁਹਾਡੇ ਕੋਲ, ਤਾਂ ਫਿਰ ਇਹਦਾ ਮਤਲਬ ਕਿਆ ਹੋਊਗਾ? ਜੇ ਜ਼ੀਰੋ ਡਿਸਕੰਟੀਨਿਊਟੀ ਹੈ ਤਾਂ ਤੁਸੀਂ ਉਰੇ ਐਪਸਾਈਲਨ ਹੋ ਜਾਊਗਾ, ਜ਼ੀਰੋ ਪਲੱਸ ਐਪਸਾਈਲਨ ਤਾਂ ਇੱਥੇ 1 ਆ ਜਾਏਗਾ। ਇੱਥੇ ਲਿਮਟ ਐਪਸਾਈਲਨ ਅਪਰੋਚਿਸ ਟੂ ਪੋਜ਼ੀਟਿਵ ਜ਼ੀਰੋ, ਠੀਕ ਹੈ ਜੀ। ਅਤੇ ਜਿਹੜਾ ਹੈਗਾ ਤੁਹਾਡੇ ਪਾਸ 1/x² ਅਤੇ dx, ਇਹਦਾ -1/x ਆ ਜਾਏਗਾ। ਐਪਸਲਨ 1 ਲਿਮਟ ਐਪਸਲਨ ਅਪਰੋਚਿਸ ਟੂ ਜ਼ੀਰੋ, ਕੱਲਾ ਜ਼ੀਰੋ ਲਿਖ ਦਿੰਦੇ ਹੋ ਤਾਂ ਵੀ ਕੋਈ ਚੱਕਰ ਨਹੀਂਗਾ। ਤਾਂ ਹੁਣ ਜਦੋਂ ਤੁਸੀਂ ਅੱਪਰ ਮਾਈਨਸ ਲੋਵਰ ਕਰੋਗੇ, ਸੋ ਪਹਿਲਾਂ ਅੱਪਰ ਆ ਜਾਏਗਾ ਮਾਈਨਸ ਮਾਈਨਸ ਪਲੱਸ ਆ ਜਾਏਗਾ, 1/ਐਪਸਲਨ ਆ ਜਾਏਗਾ, ਹੈ ਨਾ। ਲਿਮਟ ਐਪਸਲਨ ਅਪਰੋਚਿਸ ਟੂ ਜ਼ੀਰੋ, 1/0 ਇਨਫਿਨਿਟੀ ਹੈ। ਸੋ ਇਹ ਡਾਇਵਰਜੈਂਟ ਰਹੇਗਾ ਤੁਹਾਡੇ ਕੋਲ ਕਿਉਂਕਿ ਇਸਨੇ ਇਨਫਿਨਿਟੀ ਨੂੰ ਅਪਰੋਚ ਕਰ ਜਾਣਾ ਹੈਗਾ। ਸੋ ਤੁਹਾਡਾ ਕੁਐਸਚਨ ਹੋ ਗਿਆ ਜੀ, ਬਸ ਇੰਨੀ ਗੱਲਬਾਤ ਹੈ, ਹੋਰ ਇਹ 'ਚ ਕੋਈ ਲੰਬੀ ਚੌੜੀ ਰੋਕਟ ਸਾਇੰਸ ਨਹੀਂ ਹੈਗੀ। ਦੂਸਰੇ ਨੰਬਰ 'ਤੇ ਆਪਾਂ ਕੁਐਸਚਨ ਚੱਕ ਲਿਆ। ਹੁਣ ਜੇ ਕੁਐਸਚਨ ਚੱਕ ਲਿਆ ਤਾਂ ਇੱਥੇ ਲਿਮਿਟਸ ਵੀ ਨੇ ਜੀ, ਮੈਂ ਲਿਖੀਆਂ ਨਹੀਂ ਗਈਆਂ, 0 ਤੋਂ 1 ਨੇ। ਸੋ ਜੇ ਇੱਥੇ ਤੁਸੀਂ 0 ਭਰਦੇ ਹੋ ਤਾਂ ਬਚਾ ਹੈਗਾ, ਪਰ ਇੱਥੇ ਜਦੋਂ 1 ਆਉਂਦਾ ਤਾਂ 1। ਸੋ 1 ਇਜ਼ ਓਨਲੀ ਪੁਆਇੰਟ ਆਫ ਡਿਸਕੰਟੀਨਿਊਟੀ, ਇਜ਼ ਓਨਲੀ ਪੁਆਇੰਟ ਆਫ ਡਿਸਕੰਟੀਨਿਊਟੀ। ਸੋ ਓਨਲੀ ਪੁਆਇੰਟ ਆਫ ਡਿਸਕੰਟੀਨਿਊਟੀ 1 ਹੈ। ਸੋ ਤੁਸੀਂ 0 1 ਵਿੱਚੋਂ ਐਪਸਲਨ ਘਟਾ ਦੋਗੇ, ਲਿਮਟ ਐਪਸਲਨ ਅਪਰੋਚਿਸ ਟੂ ਤੁਸੀਂ 0 ਪੋਜ਼ੀਟਿਵ ਲਿਖਣਾ ਹੈ ਅਤੇ 1/1 - x² dx ਲਿਖ ਲੈਣਾ ਹੈਗਾ। ਸੋ ਅਗਰ ਇਹ ਚੀਜ਼ ਲਿਖੀ ਗਈ ਤਾਂ ਇਹਦੀ ਇੰਟੈਗਰੇਸ਼ਨ ਆਪਾਂ ਨੂੰ ਪਤਾ ਹੈ ਬਈ ਸਾਈਨ ਇਨਵਰਸ x ਹੁੰਦੀ ਹੈ, ਠੀਕ ਹੈ, 1 - ਐਪਸਲਨ ਹੁੰਦੀ ਹੈ। ਸੋ ਜਿਹੜੀ ਹੈਗੀ ਹੈ ਤੁਹਾਡੇ ਪਾਸ ਲਿਮਟ ਐਪਸਲਨ ਅਪਰੋਚਿਸ ਟੂ ਜ਼ੀਰੋ, ठीक है। सो साइन इनवर्स उरे 1 - एप्सलन आ जाएगा, माइनस साइन इनवर्स 0, लिमिट एप्सलन अप्रोचेस टू 0 0 हो जाएगा तो साइन इनवर्स 1 बन जाएगा। साइन इनवर्स 1 π/2 होंगे, π/2 की हो गया। सो ये फाइनाइट हो गया
देयरफॉर ये कन्वर्जेंट होगी, CGT कन्वर्जेंट होगी। हाँ जी ठीक है जी। सो इस तरह ਆਪਾਂ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਹੈਂਡਲ ਕਰ ਸਕਦੇ ਹਾਂ। ਸੋ ਪਹਿਲਾ ਕੁਐਸਚਨ ਹੋ ਗਿਆ, ਦੂਜਾ ਕੁਐਸਚਨ ਹੋ ਗਿਆ। ਤਾਂ ਹੋ ਇੰਨਾ ਕੁ ਸਕਦਾ ਤੁਹਾਡੇ ਪਾਸ ਕਿ ਤੁਹਾਡੀ ਇੰਟੀਗ੍ਰੇਸ਼ਨ ਕੰਪਲੀਕੇਟਡ ਹੋ ਸਕਦੀ, ਇਹ ਮੈਂ ਮੰਨ ਸਕਦਾ ਵਾਂ। ਬਟ ਜਦੋਂ ਤੁਹਾਨੂੰ ਲੱਗੇ ਵੀ ਮੇਰੀ ਇੰਟੀਗ੍ਰੇਸ਼ਨ ਕੰਪਲੀਕੇਟਡ ਹੈ ਤੁਹਾਡੇ ਪਾਸ, ਤਾਂ ਫਿਰ ਤੁਸੀਂ ਇੰਟੀਗ੍ਰੇਸ਼ਨ ਦਾ ਖਹਿੜਾ ਹੀ ਛੱਡ ਦਿਓ ਨਾ, ਤੁਸੀਂ ਕਰੋ ਹੀ ਨਾ ਇੰਟੀਗ੍ਰੇਸ਼ਨ। ਤੁਸੀਂ ਤਰੀਕਾ ਹੀ ਕੋਈ ਹੋਰ ਲੱਭ ਲਓ, ਉਹਨੇ ਕਿਹੜਾ ਲਿਖਿਆ ਹੁੰਦਾ ਕਿ ਬਾਏ ਇੰਟੀਗ੍ਰੇਸ਼ਨ ਕਰਨਾ ਤੁਸੀਂ। ਸੋ ਇਸ ਕਰਕੇ ਖਿਆਲ ਰੱਖਣਾ। ਹੁਣ ਜਿਵੇਂ ਆਹ ਕੁਐਸਚਨ ਹੈ, ਸਾਈਨ 0 0 ਹੁੰਦਾ ਨਾ, ਸਾਈਨ 0 ਵੀ 0 ਹੁੰਦਾ, ਸਾਈਨ ਪਾਈ ਵੀ 0 ਹੁੰਦਾ। ਸੋ ਬੋਥ 0 pi 0 and pi are point of discontinuity। सो दोनों ही 0 ते पाई ही पॉइंट ऑफ डिसकॉन्टीन्यूटी ने। सो जे 0 ते पाई दोनों ही पॉइंट ऑफ डिसकॉन्टीन्यूटी ने, फिर इसनों तोड़ना पैना। तो जे तोड़िए इत्थे 0 प्लस एप्सिलन कर दिए, रस्ते पाई बाई 2 आंदा, सो पाई बाई 2 कर लिए, उरे साइन एक्स कर लिए, उरे पाई बाई 2 तो चल पीए। ਹੇਠਲੇ 'ਚ ਜੁੜਦਾ ਹੁੰਦਾ ਐਪਸਲਨ, ਉੱਪਰਲੇ 'ਚੋਂ ਘਟਦਾ ਹੁੰਦਾ। ਸੋ ਇਹਨੂੰ ਆਪਾਂ ਕਰ ਲਈਏ ਪਾਈ ਮਾਈਨਸ ਐਪਸਲਨ ਕਰ ਲਈਏ, ਅਤੇ ਨਾਲ ਇੱਥੇ dx ਕਰ ਲਈਏ, ਇੱਥੇ ਸਾਈਨ ਐਕਸ ਕਰ ਲਈਏ। ਠੀਕ ਹੈ, ਇੱਥੇ ਜਿਹੜੀ ਲਿਮਟ ਆ ਜੂਗੀ ਤੁਹਾਡੇ ਪਾਸ ਉਹ ਐਪਸਾਈਲਨ ਅਪਰੋਚਿਸ ਟੂ 0 ਪੋਜ਼ੀਟਿਵ ਆ ਜੂਗੀ। ਠੀਕ ਹੈ ਜੀ। ਸੋ ਜੀ ਇੰਨਾ ਚੱਲੀਏ। ਹੁਣ ਅਗਰ ਇਹ ਕੁਐਸਚਨ ਆਪਾਂ ਦੇਖੀਏ ਤੁਹਾਡੇ ਕੋਲ, ਤਾਂ ਆਪਾਂ ਨੇ ਖਿਆਲ ਰੱਖਣਾ ਕਿ ਜੇ ਇੱਕ ਲਿਮਟ ਵੀ ਮੇਰੀ ਡਜ਼ ਨੋਟ ਐਗਜ਼ਿਸਟ ਆ ਗਈ ਤਾਂ ਮੈਂ ਕੁਐਸਚਨ ਛੱਡ ਦੇਣਾ। ਸੋ ਜੇ ਮੈਂ ਇਕੱਲਾ I1 ਹੀ ਲੈ ਲਾਂ, I1 ਦੇ ਵਿੱਚ ਇਹ log of, ਠੀਕ ਹੈ, ਟੈਂਜੈਂਟ x/2 ਆ ਜੂ, ਕਿਉਂਕਿ ਇਹਨੇ ਕੋਸੀਕੈਂਟ x ਆ ਜਾਣਾ, ਕੋਸੀਕੈਂਟ x ਆ ਜਾਣਾ ਹੈਗਾ। ਇੱਥੇ ਐਪਸਲਨ ਤੋਂ ਮੈਂ ਪਾਈ ਬਾਈ 2 ਤੱਕ ਲੈ ਕੇ ਜਾਵਾਂ। ਸੋ ਇਹਦਾ ਜਿਹੜਾ ਜਾਂ log of ਕੋਸੀਕੈਂਟ x ਮਾਈਨਸ ਕੋਟੈਂਜੈਂਟ ਜਾਂ log of ਟੈਂਜੈਂਟ x/2। ਸੋ ਜਿਹੜਾ ਮਰਜ਼ੀ ਇੰਟੀਗ੍ਰੇਸ਼ਨ ਲਿਖ ਦਿਓ, ਜਿਸ ਵੈਲਿਊ ਸੌਖੀ ਭਰੀ ਜਾਵੇ ਉਹ ਲਿਖ ਲਈਦਾ ਹੁੰਦਾ। ਸੋ ਇਹ ਇਹਦਾ log of ਆ ਗਿਆ ਤੁਹਾਡੇ ਪਾਸ। ਠੀਕ ਹੈ ਜੀ। ਅਤੇ ਜਿਹੜਾ ਹੈਗਾ ਤੁਹਾਡੇ ਕੋਲ ਇੱਥੇ ਤੁਸੀਂ 0 ਪਾਇਆ, ਇੱਥੇ ਪਾਈ ਇੱਥੇ ਐਪਸਲਨ ਪਾਇਆ, ਇੱਥੇ ਪਾਈ ਬਾਈ 2 ਪਾਇਆ, ਇੱਥੇ ਲਿਮਟ ਅਪਰੋਚ ਐਪਸਲਨ ਅਪਰੋਚਿਸ ਟੂ 0। ਸੋ ਮੈਂ ਦੁਬਾਰਾ ਪਹਿਲਾਂ ਵੀ ਮੈਂ ਜਦੋਂ ਡੈਫੀਨੇਸ਼ਨ ਪੜ੍ਹਾਈ ਸੀ ਮੈਂ ਇੱਕ ਗੱਲ ਕਹੀ ਸੀਗੀ ਕਿ ਅਗਰ ਦੋ ਲਿਮਟਾਂ ਆ ਜਾਣ ਤਾਂ ਪਹਿਲਾਂ ਇੱਕ ਇਵੈਲੂਏਟ ਕਰੋ, ਅਗਰ ਉਹ ਡਜ਼ ਨੋਟ ਐਗਜ਼ਿਸਟ ਆ ਗਈ ਤਾਂ ਦੂਜੀ ਦੀ ਜ਼ਰੂਰਤ ਨਹੀਂ ਹੈ। ਪਰ ਅਗਰ ਉਹ ਐਗਜ਼ਿਸਟ ਕਰ ਜਾਂਦੀ ਹੈਗੀ ਹੈ ਤੁਹਾਡੇ ਕੋਲ, ਫਿਰ ਉਸ ਕੇਸ ਵਿੱਚ ਤੁਸੀਂ ਦੂਜੀ ਪੈਰਲਲੀ ਫਾਈਂਡ ਕਰ ਦਿਓ। ਠੀਕ ਹੈ, ਜੇ ਲੌਗ ਆ ਜੇ ਤਾਂ ਬਹੁਤ ਔਖਾ ਹੋ ਜਾਂਦਾ। ਸੋ ਇਹ log of ਟੈਂਜੈਂਟ ਪਾਈ ਬਾਈ 4 ਆ ਗਿਆ, ਮਾਈਨਸ log of ਟੈਂਜੈਂਟ ਐਪਸਲਨ ਬਾਈ ਜਿਹੜਾ ਹੈਗਾ 2 ਆ ਗਿਆ, ਅਤੇ ਬਾਹਰ ਲਿਮਟ ਐਪਸਲਨ ਅਪਰੋਚਿਸ ਟੂ 0 ਹੈ। ਟੈਂਜੈਂਟ ਪਾਈ ਬਾਈ 4 1, ਤਾਂ log 1 ਦਾ ਤਾਂ 0 ਆ ਗਿਆ, ਆ ਤਾਂ ਓਕੇ ਹੋ ਗਈ। ਇੱਥੇ ਲਿਮਟ ਐਪਸਲਨ ਅਪਰੋਚਿਸ ਟੂ 0 ਹੈ, ਅਤੇ ਇਹ log of ਟੈਂਜੈਂਟ ਐਪਸਲਨ ਬਾਈ 2, ਟੈਂਜੈਂਟ 0 0, ਸੋ log 0 ਆ ਜਾਂਦਾ, log 0 ਮਾਈਨਸ ਇਨਫਿਨਿਟੀ ਹੁੰਦਾ। ਸੋ ਡਾਇਵਰਜੈਂਟ ਹੋਏਗਾ। ਹੁਣ ਇਹਦਾ ਕੋਈ ਮਤਲਬ ਨਹੀਂ ਕਿ ਤੁਸੀਂ ਇਸ ਨੂੰ ਸੋਲਵ ਕਰ ਰਹੇ ਹੋ ਕਿ ਨਹੀਂ। ਟਰਡੀਸ਼ਨਲੀ ਜਾਓਗੇ ਕਿਤਾਬਾਂ 'ਚ ਦੋਨੋਂ ਪੈਰਲਲੀ ਚਲਾ ਲਈਆਂ ਜਾਂਦੀਆਂ ਨੇ, ਬਟ ਪੇਪਰ 'ਚ ਟਾਈਮ ਵੇਸਟ ਕਰਨ ਦਾ ਤਰੀਕਾ ਹੈ। ਅਗਰ ਕਨਵਰਜੈਂਟ ਆ ਗਿਆ ਇੱਕ ਪਾਰਟ, ਡੈਫੀਨੇਟਲੀ ਦੂਜਾ ਸੋਲਵ ਕਰੋ। ਫਿਰ ਤਾਂ ਮੈਂ ਕਹਿ ਹੀ ਰਿਹਾ ਵਾਂ ਕਿ ਤੁਸੀਂ ਦੂਜਾ ਸੋਲਵ ਕਰੋ, ਦੂਜੇ ਬਿਨਾਂ ਗੱਲ ਨਹੀਂ ਬਣਨੀ ਹੈਗੀ। ਪਰ ਅਗਰ ਕਨਵਰਜੈਂਟ ਨਹੀਂ ਆਉਂਦਾ ਹੈਗਾ ਤੁਹਾਡੇ ਪਾਸ, ਪਹਿਲਾ ਹੀ ਪਾਰਟ ਡਾਇਵਰਜੈਂਟ ਆ ਜਾਂਦਾ ਹੈਗਾ, ਦੈਨ ਤੁਸੀਂ ਉਸ ਕੁਐਸਚਨ ਨੂੰ ਓਕੇ ਹੀ ਕਰ ਦੇਣਾ ਹੈ। ਤੁਸੀਂ ਕਹਿਤਾ I1 ਡਾਇਵਰਜੈਂਟ ਹੈ, I1 ਡਾਇਵਰਜੈਂਟ ਹੈ, ਦੇਅਰਫੋਰ I ਵੀ ਡਾਇਵਰਜੈਂਟ ਹੋਏਗਾ। ਬਸ ਗੱਲ ਖਤਮ ਹੈਗੀ ਹੈ ਤੁਹਾਡੇ ਕੋਲ। ਸੋ ਇਹ ਚੀਜ਼ ਦਾ ਜਸਟ ਇੱਕ ਤੁਹਾਡੀ ਇੰਟੀਗ੍ਰੇਸ਼ਨ ਦੀ ਪ੍ਰੈਕਟਿਸ ਹੈ, ਹੋਰ ਇਹਦੇ ਵਿੱਚ ਬਹੁਤ ਲੰਬਾ ਚੌੜਾ ਕੋਈ ਜਿਹੜਾ ਹੈਗਾ ਨਹੀਂ ਹੈ। ਸੋ ਅੱਗੇ ਮੈਂ ਕੁਐਸਚਨ ਨਹੀਂ ਲਿਖਿਆ ਹੋਇਆ ਤਾਂ ਮੈਂ ਲਿਖ ਲੈਂਦਾ ਵਾਂ ਜੀ ਅੱਗੇ। ਸੋ ਅੱਗੇ ਕੁਐਸਚਨ ਜਿਹੜਾ ਹੈਗਾ ਤੁਹਾਡੇ ਕੋਲ 1 to 2 ਲਿਖ ਲੈਂਦੇ ਹਾਂ। ਐਕਸ ਇਹ ਰੈਂਡਮਲੀ ਤੁਹਾਡੀ ਬੁੱਕ 'ਚੋਂ ਹੀ ਚੂਜ਼ ਕਰ ਰਹੇ ਹਾਂ ਜੀ। ਸੋ ਇਹ ਵਾਲੀ ਚੀਜ਼ ਲਿਖ ਲਈ ਆਪਾਂ ਨੇ ਤੁਹਾਡੇ ਕੋਲ। ਤਾਂ ਇਸ ਤਰ੍ਹਾਂ ਦਾ ਕੁਐਸਚਨ ਕਿਸ ਤਰ੍ਹਾਂ ਹੈਂਡਲ ਹੋਏਗਾ। ਪਹਿਲਾਂ ਤਾਂ ਡਿਸਕੰਟੀਨਿਊਟੀ ਦੇਖੋ, ਤੁਹਾਡੇ ਕੋਲ 1 ਹੈਗਾ, ਇਹਦੇ ਵਿੱਚ ਪੁਆਇੰਟ ਆਫ 2 ਪਰ ਤੇ ਚੱਲਦਾ। ਸੋ 1 ਇਜ਼ ਪੁਆਇੰਟ ਆਫ ਡਿਸਕੰਟੀਨਿਊਟੀ, ਪੁਆਇੰਟ ਆਫ ਇਨਫਾਈਨਾਈਟ ਡਿਸਕੰਟੀਨਿਊਟੀ ਕਹਿ ਲਓ ਜ਼ਿਆਦਾ, ਇਨਫਾਈਨਾਈਟ ਡਿਸਕੰਟੀਨਿਊਟੀ ਕਿ ਇਨਫਿਨਿਟੀ ਆਉਂਦੀ ਹੈ ਡਿਸਕੰਟੀਨਿਊਟੀ। ਡਿਸਕੰਟੀਨਿਊਟੀ ਤਾਂ ਕੰਪਲੈਕਸ ਨੰਬਰ ਨਾਲ ਵੀ ਰਾਈਜ਼ ਹੋ ਸਕਦੀ ਹੈ, ਪਰ ਇਨਫਿਨਿਟੀ ਵਾਲੀ ਡਿਸਕੰਟੀਨਿਊਟੀ ਦੀ ਗੱਲ ਕਰ ਰਹੇ। ਸੋ ਜੇ ਡਿਸਕੰਟੀਨਿਊਟੀ ਦੀ ਗੱਲ ਕਰ ਰਹੇ ਹਾਂ ਉਹਦੀ ਇੰਟੀਗ੍ਰੇਸ਼ਨ ਕਰਨੀ ਹੈ ਆਪਾਂ। ਜੇ ਇੱਦਾਂ ਕਰ ਲਈਏ ਤਾਂ ਮੇਰਾ ਖਿਆਲ ਹੈ ਕੋਈ ਫਰਕ ਨਹੀਂ ਪੈਂਦਾ। ਇੱਥੇ 1 ਪਲੱਸ ਐਪਸਲਨ ਕਰ ਦਈਏ, ਇੱਥੇ 2, ਇੱਥੇ ਲਿਮਟ ਐਕਸ ਅਪਰੋਚਿਸ ਟੂ 0 ਕਰ ਲਈਏ। ਸੋ ਇਹਦੇ ਵਿੱਚ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਕੋਈ ਦਿੱਕਤ ਵਾਲੀ ਗੱਲ ਨਹੀਂ, ਇਹ ਉੱਪਰ ਚਲਾ ਗਿਆ,
a1 ਮਾਈਨਸ x ਮਾਈਨਸ 1 ਹੈ ਨਾ, x ਮਾਈਨਸ 1 ਇਹ 1 ਓਵਰ ਆ ਗਿਆ ਤਾਂ ਨੈਗੇਟਿਵ 1/2 ਹੋ ਗਿਆ। ਇਹਦੀ ਇੰਟੈਗਰੇਸ਼ਨ ਕਰਨੀ ਹੈ ਆਪਾਂ, ਤੇ ਇੱਥੇ 2 ਹੋ ਗਿਆ, ਇੱਥੇ ਲਿਮਟ ਐਪਸਲਨ ਅਪਰੋਚਿਸ ਟੂ 0 ਹੋ ਗਿਆ। ਸੋ ਜੇ ਹੋਊਗਾ ਤਾਂ ਇਹਦਾ 2/3 ਆ ਜਾਏਗਾ x, ਕਿਉਂਕਿ ਅੱਧਾ ਹੈ, ਅੱਧੇ ਦੇ ਵਿੱਚ ਕੀ ਹੋਇਆ 1 ਜੁੜਿਆ ਹੈ ਨਾ, ਤਾਂ 3/2 ਉਲਟ ਕੇ 2/3 ਆ ਗਿਆ। ਠੀਕ ਹੈ ਜੀ। ਦੂਸਰੀ ਇਹਦੀ ਇੰਟੈਗਰੇਸ਼ਨ ਕਰਨੀ, ਇਹ 'ਚ 1 ਜੋੜਿਆ ਤਾਂ x ਮਾਈਨਸ 1 ਦਾ ਰੂਟ ਆ ਗਿਆ, ਨਾਲ 2 ਟਾਈਮਸ ਆ ਗਿਆ। ਸੋ ਇੰਟੈਗਰੇਸ਼ਨ ਦਾ ਮੇਲਾ ਤਾਂ ਗਿਆ ਮੁੱਕ। ਸੋ ਇੱਥੇ ਆ ਗਿਆ 2, ਇੱਥੇ ਲਿਮਟ ਐਪਸਾਈਲਨ ਅਪਰੋਚਿਸ ਟੂ 0 ਆ ਗਿਆ। ਸੋ ਇੱਥੇ ਤੱਕ ਆ ਗਿਆ ਜੀ। ਹੁਣ ਇਹਨੂੰ ਕੋਈ ਬਹੁਤਾ ਲੰਬਾ ਚੌੜਾ ਚੱਕਰ ਨਹੀਂ ਵੀ 2 ਕਹੀਏ। ਸੋ ਪਹਿਲਾਂ 2 ਪੁੱਟ ਕਰ ਦਿੰਦੇ, ਇੱਥੇ 2 ਮਾਈਨਸ 1। ਸੋ ਪਹਿਲਾਂ 2 ਪੁੱਟ ਕਰੋਗੇ 2/3, 2 ਮਾਈਨਸ 1 1, ਠੀਕ ਹੈ। ਉਹ ਤੋਂ ਬਾਅਦ 2, ਠੀਕ ਹੈ, 2 ਮਾਈਨਸ 1 1। ਸੋ ਇਹ ਅਪਰ ਲਿਮਟ ਹੋ ਗਈ ਜੀ, ਮਾਈਨਸ ਲੋਅਰ ਲਿਮਟ 2/3। 1 प्लस एप्सलन करना है तो एप्सलन की वैल्यू 3/2 आ जाऊगी, 2 टाइम्स है ना। 1 प्लस एप्सलन करना है, सो एप्सलन आ जाएगा। सो ये वाली ऑप्शन आ गई जी। एप्सलन तो अप्रोचिस टू 0 कर ही रहा है, एप्सलन अप्रोचिस टू 0 लिमिट, इसका कोई रौला है ही नहीं गा। ये तो 8/3 आ गई, ये 0 होना, ये भी 0 हो जाएगी, ये भी 0 हो जाएगी। सो ये 0 आ जाएगा। सो 8/3 तो आंसर आ जाएगा। 8/3 ਤੇ ਤੁਹਾਡਾ ਕੁਐਸਚਨ ਜਿਹੜਾ ਹੈਗਾ ਉਹ ਕਨਵਰਜੈਂਟ ਹੋ ਜਾਏਗਾ ਤੁਹਾਡੇ ਕੋਲ। ਸੋ ਇਹ ਇੱਕ ਕੁਐਸਚਨ ਸੀਗਾ ਜੀ ਜਿਹੜਾ ਆਪਾਂ ਨੇ ਕਰ ਲਿਆ ਤੁਹਾਡੇ ਕੋਲ। ਠੀਕ ਹੈ ਜੀ। ਸੋ ਕੁਝ ਕੁਐਸਚਨ ਜਿਹੜੇ ਹੈ ਲੋਗਰਿਥਮ ਵਗੈਰਾ ਵਾਲੇ ਨੇ ਉਹ ਮੈਂ ਨਹੀਂ ਕਰ ਰਿਹਾ ਹੈਗਾ। ਉਹਦਾ ਕਾਰਨ ਹੈ ਬਈ ਆਪਾਂ ਸਿਰਫ ਜਿਹਦੀ ਸਿੱਧੀ ਇੰਟੈਗਰੇਸ਼ਨ ਆਪਾਂ ਨੂੰ ਆਉਂਦੀ ਹੈ ਆਪਾਂ ਉਹੀ ਕੁਐਸਚਨ ਕਰੀਏ। ਜਿਹਦੀ ਨਹੀਂ ਆਉਂਦੀ ਤੁਸੀਂ ਕਹੋਗੇ ਕੰਪਲੀਕੇਟਡ ਜੀ ਇੰਟੈਗਰੇਸ਼ਨ ਨਾਲੋਂ ਚੰਗਾ ਵੀ ਮੈਂ ਲੋਗਰਿਥਮ ਦੇ ਮੈਂ ਕੰਪੈਰੀਜ਼ਨ ਟੈਸਟ ਲਗਾ ਦਾਂ। ਸੋ ਬਾਈ ਚਾਂਸ ਤੁਹਾਨੂੰ ਲੱਗਿਆ ਵੀ ਪਹਿਲੀਆਂ 2 ਐਕਸਰਸਾਈਜ਼ਾਂ 'ਚ ਤੁਹਾਡੇ ਕੁਐਸਚਨ ਰੁਕਦੇ ਆ, ਮੈਨੂੰ ਡਾਇਰੈਕਟ ਇੰਟੈਗਰੇਸ਼ਨ ਨਹੀਂ ਆਉਂਦੀ, ਤਾਂ ਰੁਕੇ ਰਹਿਣ ਦਿਓ। ਜਦੋਂ ਤੁਸੀਂ ਅਗਲੀਆਂ 2 ਕਰ ਲਓਗੇ ਤਾਂ ਤੁਹਾਡੇ ਪਾਸ ਮੈਨੂੰ ਲੱਗਦਾ ਨਹੀਂ ਫਿਰ ਕੋਈ ਦਿੱਕਤ ਵਾਲੀ ਗੱਲ ਰਹੇਗੀ। ਸਪੋਜ਼ ਇਹ ਕੁਐਸਚਨ ਲੈ ਲਓ ਤੁਸੀਂ। ਸੋ ਇੱਥੇ dx ਲੈ ਲਿਆ, ਇੱਥੇ x log x ਲੈ ਲਿਆ। ਠੀਕ ਹੈ ਜੀ। ਸੋ ਅਗਰ ਤੁਸੀਂ ਇਸ ਤਰ੍ਹਾਂ ਦਾ ਕੁਐਸਚਨ ਕਰਨਾ ਹੈ ਤਾਂ ਇਹ ਕੁਐਸਚਨ ਟੈਸਟ ਨਾਲ ਬੜੇ ਵਧੀਆ ਢੰਗ ਨਾਲ ਹੋ ਜਾਂਦਾ। ਤਾਂ ਜੇ ਆਪਾਂ ਟੈਸਟ ਨਾ ਦੇਖੀਏ ਤਾਂ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਜੇ ਆਪਾਂ ਇਹਦੀ ਇੰਟੈਗਰੇਸ਼ਨ ਕਰ ਜਾਂਦੇ ਹਾਂ ਫਿਰ ਕੋਈ ਦਿੱਕਤ ਨਹੀਂ। ਜੇ ਇੰਟੈਗਰੇਸ਼ਨ ਘਸਮਾਣ ਪਾ ਲੈਂਦੀ ਹੈ ਫਿਰ ਆਪਾਂ ਨੂੰ ਪ੍ਰੋਬਲਮ ਆ ਜਾਊਗੀ। ਹੁਣ log 1 0 ਹੁੰਦਾ, ਇਹਦਾ ਮਤਲਬ 1 ਪ੍ਰੋਬਲਮ ਕ੍ਰੀਏਟ ਕਰੇਗਾ। 1 ਤੋਂ 2 ਦੇ ਵਿੱਚ ਹੈ, 2 ਤੇ ਨਹੀਂ ਪ੍ਰੋਬਲਮ ਕ੍ਰੀਏਟ ਹੁੰਦੀ। ਠੀਕ ਹੈ ਜੀ। ਤਾਂ ਇੱਥੇ ਲਿਖ ਦਿੰਦੇ ਹਾਂ 1 is only point of infinite discontinuity। 1 is only point of infinite discontinuity। infinite discontinuity ਦਾ 1 only point ਹੈਗਾ ਹੈ ਤੁਹਾਡੇ ਕੋਲ। ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਤੁਹਾਡੇ ਕੋਲ, ਠੀਕ ਹੈ ਜੀ, ਹੁਣ ਆਪਾਂ ਥੋੜ੍ਹੀ ਜਿਹੀ ਐਡਜਸਟਮੈਂਟ ਕਰਨੀ ਹੈ। ਔਰ ਐਡਜਸਟਮੈਂਟ ਕੀ ਹੋਊਗੀ, ਲਿਮਟ ਲੈ ਲੈਣਾ, ਐਪਸਲਨ ਅਪਰੋਚਿਸ ਟੂ 0 ਪੋਜ਼ੀਟਿਵ ਕਰ ਲੈਣਾ, 1 'ਚ ਐਪਸਲਨ ਜੋੜ ਦੇਣਾ, ਉੱਤੇ 2 ਹੀ ਆ ਜਾਣਾ, ਇੱਥੇ dx ਆ ਜਾਣਾ, ਇੱਥੇ x log x ਆ ਜਾਣਾ। ਤਾਂ ਤੁਹਾਨੂੰ ਪਤਾ ਵੀ ਜੇ ਇਹਨੂੰ ਮੈਂ 1/x ਲਿਖ ਕੇ log x ਲਿਖ ਲਾਂ, ਇਹਦਾ ਡੈਰੀਵੇਟਿਵ ਉੱਤੇ ਪਿਆ 1/ਐਪਸਲਨ ਲਿਮਟ ਐਪਸਲਨ ਅਪਰੋਚਿਸ, ਇੱਥੇ dx ਲੈ ਲਿਆ। ਸੋ ਇਹਦਾ log of log x ਆ ਗਿਆ। ਠੀਕ ਹੈ ਜੀ। log of log x ਹੋ ਗਿਆ ਜੀ ਤੁਹਾਡੇ ਕੋਲ। ਤੇ 1 प्लस एप्सिलॉन लिमिट एप्सिलॉन अप्रोचेस टू। ठीक है जी। सो ये log ऑफ log 2 आ गया, ये नहीं साड़ी चिंता का कारण। माइनस log ऑफ 1 प्लस एप्सिलॉन आ गया, ये साड़ी चिंता का कारण। क्यों? क्योंकि जदों तुसी क्वेश्चन किया, ठीक है, एक चीज़ का ख्याल रखियो, log इनफिनिटी जिहड़ा हुंदा है ना, इत्थे आपां ख्याल की रखना है, जिहड़ा log इनफिनिटी हुंदा है चढ़दे पासे हुंदा है, ये इनफिनिटी हुंदा, ते जिहड़ा log नैगेटिव दा डिफाइन नहीं हुंदा, log 0 नैगेटिव इनफिनिटी हुंदा, ते log ऑफ नैगेटिव नॉट डिफाइंड हुंदा हैगा। ते अगर 0 to 1 दे विच होवे तुसी तां log नैगेटिव हुंदा है। सो log इनफिनिटी इस चीज़ का ਆਪਾਂ ने बहुत अच्छी तरह ख्याल रखना जी तुसी क्वेश्चन दे विच, क्योंकि बच्चा log च पक्के तौर पर घुमदा हैगा तुहाडे कोल। सो log इनफिनिटी रखना है,
लॉग ऑफ ज़ीरो माइनस इन्फिनिटी रखना है, लॉग ऑफ नैगेटिव नॉट डिफाइंड रखना है, 0 ਤੇ 1 ਵਿੱਚ ਲੌਗ ਦਾ ਆਨਸਰ ਨੈਗੇਟਿਵ ਹੁੰਦਾ ਹੈ, ਇਹਦਾ ਖਿਆਲ ਰੱਖਣਾ ਹੈ। ਲੌਗ ਦਾ ਆਨਸਰ ਨੈਗੇਟਿਵ ਹੋ ਸਕਦਾ, ਨੈਗੇਟਿਵ ਦਾ ਲੌਗ ਨਹੀਂ ਹੋ ਸਕਦਾ। तो ਇੱਥੇ ਲਿਮਟ ਐਪਸਲਨ ਅਪਰੋਚਿਸ ਟੂ 0 ਪੋਜ਼ਿਟਿਵ ਹੈ ਨਾ। तो ਆਹ ਵਾਲੀ ਚੀਜ਼ ਤਾਂ ਲੌਗ ਆਫ ਲੌਗ ਦੋ ਕੋਈ ਫਰਕ ਹੀ ਨਹੀਂ ਪਾ ਰਹੀ। ਇੱਥੇ ਲੌਗ ਆਫ ਇਹਨੇ 0 ਕਰੇ ਤੇ ਲੌਗ ਆਫ 1 ਬਣ ਗਿਆ, लॉग ऑफ 1 तो ये लॉग ऑफ 0 हो गया, तो लॉग ऑफ 0 नेगेटिव इन्फिनिटी हो गया। सो लॉग ऑफ 2 लॉग ऑफ इनका ऐड तो सबट्रैक्ट तो कुछ होना नहीं, अल्टीमेटली द आंसर प्लस इन्फिनिटी आ गया जो कि दोनों डाइवर्जेंट करती है। ठीक है जी। सो तुहानूं एक आइडिया हो गया जी, बस आइडिया ही लेना है। 2-4 क्वेश्चन जिहड़े तुहानूं लग्या तुसीं सॉल्व कर सकते हो, ठीक है, तो तुसीं वो सॉल्व कर लेना। जिहड़े तुहानूं लग्या कॉम्प्लीकेटेड है, सिचुएशनस खराब लगदियां ने पर एक्सरसाइज डेफिनेशन वाली है, तो उस विच तुसीं वो छड्ड देना। तुसीं आफ्टर जो तुसीं टेस्ट कर लोगे तुहाडे कोल, ठीक है, वो क्वेश्चन जिहड़े हैगे तुसीं ईजीली कर पाओगे। सो नैक्सट लैक्चर च आपां जो फस्ट काइंड है वो आप टेस्ट स्टार्ट कर देंगे, 2-3 एक्सरसाइज टेस्ट चलेंगे। ठीक है जी, थैंक यू।